न्यूज़ 18 ਤੇ ਬੋਲੇ ਸਿੱਧੂ ਮੂਸੇਵਾਲੇ ਦੇ ਪਿਤਾ ਸੁਰੱਖਿਆ ਲੈਣ ਦੇ ਮਕਸਦ ਦੇ ਨਾਲ ਹੋ ਰਹੀ ਹੈ ਮੇਰੇ ਬੇਟੇ ਦੇ ਨਾਮ ਦੀ ਵਰਤੋਂ, ਕਿਸੇ ਰਿਸ਼ਤੇਦਾਰ ਨੂੰ ਨਹੀਂ ਮਿਲੀ ਧਮਕੀ। ਜਥੇਦਾਰ ਦੇ ਬਾਅਦ ਹੁਣ ਸੁਖਬੀਰ ਸਿੰਘ ਬਾਦਲ ਦਾ ਬਿਆਨ, ਸੰਤਾਂ ਵਾਲੇ ਪਹਿਰਾਵੇ ਦੇ ਵਿੱਚ ਬੋਲਦੇ ਨੇ, ਪੰਥ ਦੇ ਖਿਲਾਫ ਬੋਲੀ, ਬਿਨਾਂ ਨਾਮ ਲਏ ਬਲਜੀਤ ਦਾਦੂਵਾਲ ਤੇ ਵੀ ਨਿਸ਼ਾਨਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਆਰਐਸਐਸ ਤੇ ਵੱਡਾ ਸ਼ਬਦੀ ਹਮਲਾ, ਕਿਹਾ ਐਸਜੀਪੀਸੀ ਦੇ ਵਿੱਚ ਪੈਰ ਪਸਾਰ ਰਿਹਾ ਸੰਘ, ਸ਼੍ਰੋਮਣੀ ਕਮੇਟੀ ਚੋਣਾਂ ਦੇ ਲਈ ਤਿਆਰ ਕੀਤਾ ਜਾ ਰਿਹਾ ਪਲੇਟਫਾਰਮ। ਵਿਚਾਲੇ ਲਟਕਿਆ ਬਿਜਲੀ ਸੋਧ ਬਿੱਲ, ਵਿਰੋਧੀਆਂ ਦੇ ਵਿਰੋਧ ਤੋਂ ਬਾਅਦ ਮੰਤਰੀ ਨੇ ਸਟੈਂਡਿੰਗ ਕਮੇਟੀ ਨੂੰ ਭੇਜਿਆ ਬਿੱਲ, ਅਣਮਿੱਥੇ ਸਮੇਂ ਦੇ ਲਈ ਸਦਨ ਦੀ ਕਾਰਵਾਈ ਵੀ ਹੋਈ ਮੁਲਤਵੀ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਬਿਜਲੀ ਬਿੱਲ ਤੇ ਚੁੱਕੇ ਸਵਾਲ, ਕਿਹਾ ਲੋਕ ਪੱਖੀ ਨਹੀਂ ਹੈ ਇਹ ਬਿੱਲ, ਸਟੈਂਡਿੰਗ ਕਮੇਟੀ ਦੇ ਵਿੱਚ ਚਰਚਾ ਤੋਂ ਬਾਅਦ ਵਾਪਸ ਲੈਣ ਦੀ ਉਮੀਦ। ਫਗਵਾੜਾ ਸ਼ੂਗਰ ਮਿਲ ਦੇ ਬਾਹਰ ਅਣਮਿੱਥੇ ਸਮੇਂ ਦੇ ਲਈ ਧਰਨੇ ਤੇ ਬੈਠੇ ਕਿਸਾਨ, ਜਲੰਧਰ ਤੋਂ ਦਿੱਲੀ ਜਾਣ ਵਾਲੀ ਸਾਈਡ ਤੋਂ ਸੜਕ ਬੰਦ, 72 ਕਰੋੜ ਦਾ ਬਕਾਇਆ ਜਾਰੀ ਕਰਨ ਦੀ ਮੰਗ। ਹੁਣ ਨਹੀਂ ਰੁਕੇਗਾ ਪੰਜਾਬ ਦਾ ਆਰਡੀ ਫੰਡ, ਸੀਐਮ ਮਾਨ ਦੀ ਮੁਲਾਕਾਤ ਤੋਂ ਬਾਅਦ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਜਾਰੀ ਕੀਤੇ ਹੁਕਮ, ਫੰਡਾਂ ਦੀ ਦੁਰਵਰਤੋਂ ਦੇ ਇਲਜ਼ਾਮ ਕਰਕੇ ਕੇਂਦਰ ਨੇ ਰੋਕਿਆ ਹੋਇਆ ਸੀ ਫੰਡ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਮਿਲੇ ਐਮਪੀ ਰਾਘਵ ਚੱਡਾ, ਮਨਦੀਪ ਕੌਰ ਦੇ ਲਈ ਇਨਸਾਫ ਦੀ ਕੀਤੀ ਮੰਗ, ਮ੍ਰਿਤਕ ਦੇ ਭਾਰਤ ਲਿਆਉਣ ਦੇ ਲਈ ਵੀ ਮੰਗੀ ਮਦਦ। ਵਿਵਾਦ ਤੋਂ ਇੱਕ ਹਫ਼ਤੇ ਬਾਅਦ ਫਰੀਦਕੋਟ ਦੇ ਹਸਪਤਾਲ ਨੂੰ ਮਿਲੇ ਨਵੇਂ ਗੱਦੇ, ਖੁਦ ਸਿਹਤ ਮੰਤਰੀ ਜੋੜਾ ਮਾਜਰਾ ਨੇ ਕੀਤਾ ਉਪਰਾਲਾ, ਤਤਕਾਲੀਨ ਵੀਸੀ ਦੇ ਨਾਲ ਹੋਇਆ ਸੀ ਵਿਵਾਦ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ। ਮੈਂ ਪ੍ਰਵਿੰਦਰ ਸਿੰਘ ਤੇਜਾ, ਸਾਰੇ ਦਰਸ਼ਕਾਂ ਦਾ ਬੁਲੇਟਿਨ ਸਵਾਗਤ ਹੈ। ਸਭ ਤੋਂ ਪਹਿਲਾਂ ਗੱਲ ਕਰਾਂਗੇ ਬਿਜਲੀ ਸੋਧ ਬਿੱਲ ਦੀ। ਬਿਜਲੀ ਸੋਧ ਬਿੱਲ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਗਿਆ, ਪਰ ਬਿੱਲ ਦੇ ਪੇਸ਼ ਹੋਣ ਤੇ ਵਿਰੋਧੀ ਧਿਰਾਂ ਦੇ ਵੱਲੋਂ ਜ਼ਬਰਦਸਤ ਹੰਗਾਮਾ ਕੀਤਾ ਗਿਆ, ਜਿਸ ਦੇ ਬਾਅਦ ਬਿੱਲ ਨੂੰ ਸਟੈਂਡਿੰਗ ਕਮੇਟੀ ਨੂੰ ਭੇਜ ਦਿੱਤਾ ਗਿਆ। This entire matter will be discussed in the standing committee. Okay. And the standing committee has representatives from all the parties. ਲੋਕ ਸਭਾ ਦੇ ਵਿੱਚ ਜਿਵੇਂ ਹੀ ਬਿਜਲੀ ਮੰਤਰੀ ਆਰ.ਕੇ. ਸਿੰਘ ਨੇ ਬਿਜਲੀ ਸੋਧ ਬਿੱਲ ਪੇਸ਼ ਕੀਤਾ ਤਾਂ ਵਿਰੋਧੀ ਧਿਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਵਿਰੋਧ ਕਰਨ ਵਾਲਿਆਂ ਦੇ ਵਿੱਚ ਕਾਂਗਰਸ ਦੇ ਸਮੇਤ ਵੱਖ-ਵੱਖ ਸਿਆਸੀ ਧਿਰਾਂ ਦੇ ਲੋਕ ਸਭਾ ਮੈਂਬਰ ਸ਼ਾਮਲ ਸਨ। ਵਿਰੋਧੀ ਧਿਰਾਂ ਨੇ ਇਸ ਬਿੱਲ ਨੂੰ ਸੰਘੀ ਢਾਂਚੇ ਅਤੇ ਦੇਸ਼ ਦੇ ਲੋਕਾਂ ਦੇ ਖਿਲਾਫ ਦੱਸਿਆ। ਪੰਜਾਬ ਤੋਂ ਕਾਂਗਰਸ ਐਮਪੀ ਮਨੀਸ਼ ਤਿਵਾਰੀ ਨੇ ਬਿਜਲੀ ਸੋਧ ਬਿੱਲ ਦਾ ਵਿਰੋਧ ਕਰਦਿਆਂ ਇਸ ਨੂੰ ਸੂਬੇ ਦੇ ਅਧਿਕਾਰਾਂ ਤੇ ਹਮਲਾ ਕਰਾਰ ਦਿੱਤਾ ਅਤੇ ਇਸ ਬਿੱਲ ਨੂੰ ਖਪਤਕਾਰਾਂ ਦੇ ਵਿਰੁੱਧ ਦੱਸਿਆ। This amendment bill substantially weakens the power of the states to achieve this objective by providing for multiple privately owned distribution companies in the same area to allow them to use the existing infrastructure. This, Mr. Chairperson, sir, I'm afraid will lead to privatization of profits and nationalization of losses. ਵਿਰੋਧੀ ਧਿਰਾਂ ਦੇ ਜ਼ਬਰਦਸਤ ਹੰਗਾਮੇ ਦੇ ਵਿਚਾਲੇ ਬਿਜਲੀ ਸੋਧ ਬਿੱਲ ਨੂੰ ਸਟੈਂਡਿੰਗ ਕਮੇਟੀ ਨੂੰ ਭੇਜ ਦਿੱਤਾ ਗਿਆ। That this entire matter will be discussed in the standing committee. Okay. And the standing committee has representatives from all the parties. Therefore, my entire matter was that we can save the time of the House. No problem. बिल जब स्टैंडिंग कमेटी में भेजने का निर्णय कर जब डिस्कस उसमें हो जाएगी ना। ਵਿਰੋਧੀ ਧਿਰਾਂ ਨੇ ਇਸ ਤੋਂ ਬਾਅਦ ਵੀ ਹੰਗਾਮਾ ਕਰਦਿਆਂ ਤਰਕ ਦਿੱਤਾ ਕਿ ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਨੂੰ ਯਕੀਨ ਦਿਵਾਇਆ ਸੀ ਕਿ ਉਹਨਾਂ ਦੇ ਨਾਲ ਡਿਸਕਸ ਕਰਕੇ ਬਿੱਲ ਨੂੰ ਸਦਨ ਦੇ ਵਿੱਚ ਲਿਆਂਦਾ ਜਾਵੇਗਾ, ਪਰ ਸਰਕਾਰ ਨੇ ਬਿਨਾਂ ਸੰਯੁਕਤ ਮੋਰਚੇ ਨਾਲ ਮਸ਼ਵਰਾ ਕੀਤਿਆਂ ਬਿੱਲ ਪੇਸ਼ ਕਰਕੇ ਵਾਅਦਾ ਤੋੜਿਆ। ਇਹ ਬਿੱਲ ਕਿਸਾਨਾਂ ਦੇ ਲਈ ਮਾਰੂ ਸਾਬਤ ਹੋਵੇਗਾ। संयुक्त किसान मोर्चा जिनके साथ सरकार की जब चर्चा चल रही थी तो उस समय इन्होंने वादा किया था कि अगर कुछ बदलाव लिया जाए तो संयुक्त मोर्चा के सारे सदस्यों के साथ संगठन के साथ बात करते हुए कोई अगर परिवर्तन करने की जरूरत हो तो सर किया जाएगा, लेकिन ये नहीं मानने के लिए तैयार है। सर ये सर किसानों के लिए सबसे बड़ा सर्वनाश लाने वाला एक बिल है। ਵਿਰੋਧੀ ਧਿਰਾਂ ਦੇ ਇਸ ਇਲਜ਼ਾਮ ਤੇ ਬਿਜਲੀ ਮੰਤਰੀ ਆਰ.ਕੇ. ਸਿੰਘ ਨੇ ਜਵਾਬ ਦਿੰਦਿਆਂ ਇਸ ਨੂੰ ਝੂਠਾ ਪ੍ਰਾਪੇਗੰਡਾ करार ਦਿੱਤਾ। मैं 2-3 बिंदु बोलना चाहता हूँ। ये आवश्यक ही बोला जाए ताकि जो फॉल्स प्रोपेगेंडा कर रहे हैं या तो जानबूझ के फॉल्स अध्यक्ष मैं बोल रहा हूँ आप जब बोले तो मैं सुने। ये जो फॉल्स प्रोपेगेंडा कर रहा है इसका मैं प्रतिकार करूँ।
ਕਾਂਗਰਸ ਸਮੇਤ ਦੂਜੇ ਦਲਾਂ ਦੇ ਭਾਰੀ ਹੰਗਾਮੇ ਦੇ ਵਿਚਾਲੇ ਬਿਜਲੀ ਸੋਧ ਬਿੱਲ ਸਟੈਂਡਿੰਗ ਕਮੇਟੀ ਨੂੰ ਭੇਜ ਦਿੱਤਾ ਗਿਆ ਹੈ। ਬਿੱਲ ਦੇ ਨਫੇ ਨੁਕਸਾਨ ਤੇ ਹੁਣ ਸਟੈਂਡਿੰਗ ਕਮੇਟੀ ਆਖਰੀ ਫੈਸਲਾ ਲਵੇਗੀ। ਬਿਊਰੋ ਰਿਪੋਰਟ, ਨਿਊਜ਼ 18। ਬਿਜਲੀ ਸੋਧ ਬਿੱਲ ਭਾਵੇਂ ਲੋਕ ਸਭਾ ਦੀ ਸਟੈਂਡਿੰਗ ਕਮੇਟੀ ਨੂੰ ਭੇਜ ਦਿੱਤਾ ਗਿਆ, ਪਰ ਪੰਜਾਬ ਦੇ ਵਿੱਚ ਇਸ ਬਿੱਲ ਨੂੰ ਪੇਸ਼ ਕੀਤੇ ਜਾਣ ਤੋਂ ਬਾਅਦ ਸਿਆਸਤ ਗਰਮਾਈ ਹੋਈ ਹੈ। ਸੱਤਾ ਧਿਰ ਆਮ ਆਦਮੀ ਪਾਰਟੀ, ਕਾਂਗਰਸ ਤੇ ਅਕਾਲੀ ਦਲ ਇਸ ਬਿੱਲ ਦਾ ਵਿਰੋਧ ਕਰ ਰਹੇ ਨੇ, ਜਦਕਿ ਬੀਜੇਪੀ ਦਾ ਆਪਣਾ ਤਰਕ ਹੈ। ਬਿਜਲੀ ਮੰਤਰੀ ਆਰ.ਕੇ. ਸਿੰਘ ਦੇ ਵੱਲੋਂ ਲੋਕ ਸਭਾ ਦੇ ਵਿੱਚ ਪੇਸ਼ ਕੀਤੇ ਗਏ ਬਿਜਲੀ ਸੋਧ ਬਿੱਲ ਦਾ ਅਸਰ ਪੰਜਾਬ 'ਚ ਸਭ ਤੋਂ ਵੱਧ ਦੇਖਣ ਨੂੰ ਮਿਲ ਰਿਹਾ ਹੈ। ਬੀਜੇਪੀ ਨੂੰ ਛੱਡ ਕੇ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਇਸ ਬਿੱਲ ਦਾ ਵਿਰੋਧ ਕਰ ਰਹੀਆਂ ਨੇ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਬਿੱਲ ਤੇ ਸਖਤ ਇਤਰਾਜ਼ ਜਤਾਉਂਦਿਆਂ ਇਸ ਨੂੰ ਸੰਘੀ ਢਾਂਚੇ ਅਤੇ ਕਿਸਾਨੀ ਦੇ ਖਿਲਾਫ ਦੱਸਿਆ ਅਤੇ ਉਮੀਦ ਜਤਾਈ ਕਿ ਕੇਂਦਰ ਇਸ ਬਿੱਲ ਨੂੰ ਵਾਪਸ ਲਵੇਗਾ। ਤਾਂ ਮੈਨੂੰ ਉਮੀਦ ਹੈ ਕਿ ਸਟੈਂਡਿੰਗ ਕਮੇਟੀ ਸਟੇਕ ਹੋਲਡਰਸ ਨੂੰ, ਜਿਹੜੇ ਉਹਦੇ ਨਾਲ ਸੰਬੰਧਿਤ ਨੇ, ਇਸ ਬਿਜਲੀ ਐਕਟ ਦੇ ਨਾਲ ਸੰਬੰਧਿਤ ਜਿਹੜੇ ਸਟੇਕ ਹੋਲਡਰਸ ਨੇ, ਕਿਸਾਨ ਨੇ ਜਾਂ ਵਪਾਰੀ ਨੇ ਜਾਂ ਬਲਕਿ ਘਰੇਲੂ ਉਤਪਾਦਨ ਤੇ ਵੀ ਫਰਕ ਪੈਣਾ, ਉਹਨਾਂ ਨੂੰ ਬੁਲਾ ਕੇ ਇਸ ਬਿੱਲ ਨੂੰ ਜੋ ਜਲਦਬਾਜ਼ੀ 'ਚ ਪੇਸ਼ ਕੀਤਾ ਗਿਆ ਉਹਨੂੰ ਵਾਪਸ ਲੈ ਲਿਆ। ਕਾਂਗਰਸ ਨੇ ਬਿਜਲੀ ਸੋਧ ਬਿੱਲ ਦਾ ਵਿਰੋਧ ਕਰਦਿਆਂ ਇਸ ਨੂੰ ਹਰ ਤਬਕੇ ਦੇ ਲਈ ਮਾਰੂ ਕਰਾਰ ਦਿੱਤਾ ਅਤੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਸਰਬਦਲੀ ਬੈਠਕ ਬੁਲਾ ਕੇ ਇਸ ਮਸਲੇ ਤੇ ਸਾਂਝੀ ਲੜਾਈ ਲੜੀ ਜਾਵੇ। ਇਹ ਸਿੱਧਾ ਕਿਸਾਨ ਨਾਲ ਬਹੁਤ ਜ਼ਾਸਤੀ ਤੇ ਧੱਕਾ ਹੋਏਗਾ ਔਰ ਫੈਡਰਲ ਢਾਂਚੇ ਤੇ ਇਹ ਡਾਕਾ ਹੋਏਗਾ। ਇਹ ਨਹੀਂ ਹੋਣਾ ਚਾਹੀਦਾ ਔਰ ਮੈਂ ਇਹਦੇ ਵਾਸਤੇ ਸਰਕਾਰ ਨੂੰ ਬੇਨਤੀ ਕਰਾਂਗਾ ਕਿ ਇਹ ਸਰਵ ਪਾਰਟੀ ਮੀਟਿੰਗ ਬੁਲਾ ਕੇ ਔਰ तमाम ਜਥੇਬੰਦੀਆਂ ਨਾਲ ਗੱਲ ਕਰਕੇ ਸਾਨੂੰ ਇਹਦੇ ਤੇ ਲੜਾਈ ਲੜਨੀ ਪਏਗੀ। ਅਕਾਲੀ ਦਲ ਨੇ ਵੀ ਇਲਜ਼ਾਮ ਲਾਇਆ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਲਿਖਤੀ ਸਮਝੌਤਾ ਕਰਕੇ ਮੁੱਕਰ ਗਈ ਹੈ ਅਤੇ ਕੇਂਦਰ ਨੂੰ ਇਹ ਬਿੱਲ ਬਿਨਾਂ ਸ਼ਰਤ ਵਾਪਸ ਲੈਣਾ ਚਾਹੀਦਾ ਹੈ। ये मैंने कल से डाला हुआ है कि ये बिजली संशोधन बिल ये बिल्कुल कंकरेंट लिस्ट में स्टेटों के खिलाफ है और स्टेक होल्डर्स के खिलाफ है और मुझे हैरानी है कि इस सरकार में इतनी धक्काशाही चल रही है कि मिनिस्टर भी ऑन द फ्लोर ऑफ द हाउस गलत मिसलीड कर रहे हैं। चिट्ठी लिखी है कि ਜਿਹੜਾ ਬਿੱਲ ਹੈ ਉਹ ਫੈਡਰਲ ਢਾਂਚੇ ਦੇ ਉਲਟ ਹੈ। ਇਲੈਕਟ੍ਰਿਸਿਟੀ ਕੰਕਰੈਂਟ ਲਿਸਟ ਹੈ। ਜਿਹੜੀ ਚੀਜ਼ਾਂ ਕੰਕਰੈਂਟ ਲਿਸਟ ਹੁੰਦੀਆਂ ਉਹ ਸਟੇਟ ਦੀ ਪਰਮਿਸ਼ਨ ਦੀ ਲੋੜ ਹੁੰਦੀ ਹੈ। ਇੱਥੇ ਲੈ ਨਹੀਂ ਰਹੇ, ਸਿੱਧਾ ਬਿੱਲ ਆ ਰਿਹਾ, ਸੋ ਇਟਸ ਅਨਕਨਸਟੀਟਿਊਸ਼ਨਲ। ਉਧਰ ਬੀਜੇਪੀ ਦਾ ਦਾਅਵਾ ਹੈ ਕਿ ਇਹ ਬਿੱਲ ਕਿਸੇ ਦੇ ਵੀ ਖਿਲਾਫ ਨਹੀਂ ਬਲਕਿ ਲੋਕ ਪੱਖੀ ਹੈ। ਕੰਪੀਟੀਸ਼ਨ ਲੈ ਕੇ ਆਏਗਾ ਔਰ ਜਦੋਂ ਕੰਪੀਟੀਸ਼ਨ ਆਉਂਦਾ ਹੈਗਾ, ਜਿਸ ਤਰ੍ਹਾਂ ਮੋਬਾਈਲ ਫੋਨ ਪਹਿਲਾਂ ਹਿੰਦੁਸਤਾਨ 'ਚ ਬਹੁਤ ਮਹਿੰਗੇ ਸੀ ਤੇ ਜਦੋਂ ਕੰਪੀਟੀਸ਼ਨ ਆਇਆ ਤਾਂ ਉਸ ਤੋਂ ਬਾਅਦ ਮੋਬਾਈਲ ਫੋਨ ਜਿਹੜੇ ਆ ਬਹੁਤ ਕੰਪੀਟੀਸ਼ਨ ਆਉਣ ਨਾਲ ਸਸਤੇ ਹੋ ਗਏ। ਬਿੱਲ ਦੇ ਪਾਸ ਹੋਣ ਤੋਂ ਪਹਿਲਾਂ ਹੀ ਪੰਜਾਬ ਦੇ ਵਿੱਚ ਬਿਜਲੀ ਸੋਧ ਬਿੱਲ ਦਾ ਵੱਡਾ ਵਿਰੋਧ ਸ਼ੁਰੂ ਹੋ ਗਿਆ ਹੈ। ਖੇਤੀ ਕਾਨੂੰਨਾਂ ਤੋਂ ਬਾਅਦ ਬਿਜਲੀ ਸੋਧ ਬਿੱਲ ਨੂੰ ਪਾਸ ਕਰਨਾ ਕੇਂਦਰ ਸਰਕਾਰ ਦੇ ਲਈ ਵੱਡੀ ਚੁਣੌਤੀ ਬਣ ਸਕਦਾ ਹੈ। ਬਿਊਰੋ ਰਿਪੋਰਟ, ਨਿਊਜ਼ 18। ਨਵੇਂ ਸੋਧ ਬਿੱਲ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਬਿਜਲੀ ਕੰਪਨੀਆਂ ਦੇ ਲਈ ਕਾਫੀ ਕੁਝ ਐਡ ਕੀਤਾ ਗਿਆ ਹੈ। ਬਿਜਲੀ ਐਕਟ ਦੇ ਸੈਕਸ਼ਨ 42 ਦੇ ਵਿੱਚ ਸੋਧ ਦੀ ਮੰਗ ਕੀਤੀ ਗਈ ਹੈ, ਜਿਸ ਦੇ ਜ਼ਰੀਏ ਬਿਜਲੀ ਕੰਪਨੀਆਂ ਦੇ ਲਾਇਸੈਂਸ ਧਾਰਕਾਂ ਨੂੰ ਸਰਕਾਰੀ ਨੈਟਵਰਕ ਵਰਤਣ ਦੀ ਖੁੱਲ੍ਹ ਹੋਵੇਗੀ। ਸੈਕਸ਼ਨ 14 ਦੇ ਵਿੱਚ ਸੋਧ ਦੇ ਜ਼ਰੀਏ ਸਰਕਾਰੀ ਨੈਟਵਰਕ ਦੀ ਸਹੂਲਤ ਦੇਣ ਦੇ ਪਿੱਛੇ ਤਰਕ ਇਹ ਹੈ ਕਿ ਇਸ ਦੇ ਨਾਲ ਬਿਜਲੀ ਖੇਤਰ ਦੇ ਵਿੱਚ ਮੁਕਾਬਲਾ ਵਧੇਗਾ, ਗੁਣਵੱਤਾ ਵਧੇਗੀ ਤੇ ਬਿਜਲੀ ਸਰਵਿਸ ਦੇ ਵਿੱਚ ਸੁਧਾਰ ਹੋਵੇਗਾ। ਸੈਕਸ਼ਨ 14 ਦੇ ਵਿੱਚ ਸੋਧ ਦੇ ਨਾਲ ਡਿਸਕੌਮ ਦੇ ਹੋਰ ਲਾਇਸੈਂਸ ਧਾਰਕਾਂ ਨੂੰ ਬਿਜਲੀ ਵੰਡ ਨੈਟਵਰਕ ਦੀ ਵਰਤੋਂ ਦੀ ਖੁੱਲ੍ਹ ਹੋਵੇਗੀ। ਇਸ ਤੋਂ ਇਲਾਵਾ ਬਿਜਲੀ ਐਕਟ ਦੇ ਵਿੱਚ 60A ਜੋੜਨ ਦੀ ਮੰਗ ਕੀਤੀ ਗਈ ਹੈ, ਜੋ ਇੱਕ ਖੇਤਰ ਦੇ ਵਿੱਚ ਜ਼ਿਆਦਾ ਬਿਜਲੀ ਕੰਪਨੀਆਂ ਹੋਣ ਤੇ ਕ੍ਰਾਸ ਸਬਸਿਡੀ ਦਾ ਪ੍ਰੋਵੀਜ਼ਨ ਦੇਵੇਗੀ। ਬਿਜਲੀ ਐਕਟ ਦੇ ਸੈਕਸ਼ਨ 62 ਦੇ ਵਿੱਚ ਸੋਧ ਦੇ ਜ਼ਰੀਏ ਕੰਪਨੀਆਂ ਨੂੰ ਹਰ ਸਾਲ ਬਿਜਲੀ ਦਰਾਂ ਦਾ ਮੁਲਾਂਕਣ ਕਰਨ ਦਾ ਅਧਿਕਾਰ ਹੋਵੇਗਾ, ਪਰ ਇਹ ਵਾਧਾ ਕਮਿਸ਼ਨ ਦੇ ਵੱਲੋਂ ਦਿੱਤੀਆਂ ਦਰਾਂ ਦੇ ਵਿਚਕਾਰ ਹੀ ਹੋ ਸਕੇਗਾ। ਇਸ ਤੋਂ ਇਲਾਵਾ ਸੈਕਸ਼ਨ 146 ਦੇ ਤਹਿਤ ਬਿਜਲੀ ਕੰਪਨੀਆਂ ਵੱਲੋਂ ਕਿਸੇ ਵੀ ਨਿਯਮਾਂ ਦੀ ਉਲੰਘਣਾ ਹੋਣ ਤੇ ਕੰਪਨੀ ਦੇ ਨੁਮਾਇੰਦਿਆਂ ਨੂੰ ਜੁਰਮਾਨਾ ਤਾਂ ਹੋ ਸਕਦਾ ਹੈ, ਪਰ ਜੇਲ੍ਹ ਨਹੀਂ। ਉਧਰ ਕਿਸਾਨਾਂ 'ਚ ਇਸ ਬਿਜਲੀ ਸੋਧ ਬਿੱਲ ਦੇ ਖਿਲਾਫ ਰੋਸ ਹੈ। ਅੰਮ੍ਰਿਤਸਰ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਬਿੱਲ ਦਾ ਵਿਰੋਧ ਕਰਦੇ ਹੋਏ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਦੇ ਵਿੱਚ ਬਿਜਲੀ ਮੁਲਾਜ਼ਮ ਵੀ ਸ਼ਾਮਲ ਹੋਏ। ਬਿਜਲੀ ਮੁਲਾਜ਼ਮਾਂ ਨੇ ਸੋਮਵਾਰ ਨੂੰ ਪਬਲਿਕ ਡੀਲਿੰਗ ਨਾ ਕਰਨ ਦਾ ਵੀ ਐਲਾਨ ਕਰ ਦਿੱਤਾ ਹੈ। ਬਿਜਲੀ ਮੁਲਾਜ਼ਮਾਂ ਨੇ ਇਹ ਵੀ ਕਿਹਾ ਹੈ ਕਿ ਕੋਈ ਵੀ ਬਿਜਲੀ ਫਾਲਟ ਠੀਕ ਨਹੀਂ ਕਰਨਗੇ। ਦਰਅਸਲ ਪ੍ਰਦਰਸ਼ਨਕਾਰੀ ਬਿਜਲੀ ਸੋਧ ਬਿੱਲ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਸਨ।
ਸਾਡੇ ਨਾਲ ਫੈਸਲਾ ਹੋਇਆ ਸੀ ਜਦ ਅਸੀਂ ਅੰਦੋਲਨ ਮੁਲਤਵੀ ਕਰਕੇ ਆਏ ਆ ਵੀ ਇਹ ਬਿਜਲੀ ਸੋਧ ਬਿੱਲ ਨਹੀਂ ਲੈ ਕੇ ਆਵਾਂਗੇ, ਪਰਾਲੀ ਵਾਲਾ ਬਿੱਲ ਨਹੀਂ ਲੈ ਕੇ ਆਵਾਂਗੇ, ਤੇ ਉਹਦੇ ਤਹਿਤ ਅਸੀਂ ਉੱਥੋਂ ਉੱਠ ਕੇ ਸਮਝੌਤਾ ਕਰਕੇ ਆਏ ਸੀ। ਸੋ ਬਿਜਲੀ ਸੋਧ ਬਿੱਲ ਦਾ ਬਿਜਲੀ ਮੁਲਾਜ਼ਮਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਮਾਨਸਾ, ਸਿਰਸਾ, ਗੁਹਾਨਾ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ। ਵੱਖ-ਵੱਖ ਜਗ੍ਹਾਵਾਂ ਤੇ ਬਿਜਲੀ ਮੁਲਾਜ਼ਮਾਂ ਦੇ ਵੱਲੋਂ ਵੀ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤੇ ਬਿਜਲੀ ਸੋਧ ਬਿੱਲ ਦਾ ਵਿਰੋਧ ਕਰਦੇ ਮੰਗ ਇਹ ਕੀਤੀ ਗਈ ਕਿ ਇਸ ਸੋਧ ਬਿੱਲ ਨੂੰ ਵਾਪਸ ਲਿਆ ਜਾਵੇ। ਬਿਜਲੀ ਐਕਟ 2022 ਦੇ ਵਿਰੋਧ ਵਿੱਚ ਬਹੁਤ ਵੱਡੇ ਭਾਰਤ ਦੇ ਪੱਧਰ ਤੇ ਡਿਵੀਜ਼ਨ ਪੱਧਰ ਤੇ ਸਾਡਾ ਜੋ ਵਿਰੋਧ ਅਸੀਂ ਕਰ ਰਹੇ ਹਾਂਗੇ, ਕਿਉਂਕਿ ਜਿਹੜਾ ਇਹ ਐਕਟ ਹੈ ਇਹ ਬਹੁਤ ਹੀ ਮਾਰੂ ਐਕਟ ਹੈ। ਇਸ ਰਾਹੀਂ ਜੋ ਇਸ ਨੂੰ ਵੇਚਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਤੋਂ ਪਹਿਲਾਂ ਜਿਵੇਂ ਦੇਸ਼ ਦੇ ਵੱਡੇ ਚੀਜ਼ਾਂ ਵੇਚ ਚੁੱਕੀਆਂ ਨੇ, ਇਹ ਸਰਕਾਰਾਂ ਇਸ ਨੂੰ ਵੀ ਖਤਮ ਕਰਨ ਤੇ ਤੁਲੀਆਂ ਹੋਈਆਂ ਨੇ। ਇਹ ਜੋ ਬਿਜਲੀ ਐਕਟ ਹੈ ਇਹ ਬਹੁਤ ਹੀ ਮਾੜਾ ਐਕਟ ਹੈਗਾ। 2003 ਐਕਟ ਪਹਿਲਾਂ ਚੱਲ ਹੀ ਰਿਹਾ, ਪਰ ਇਸ ਦੇ ਰਾਹੀਂ ਜੋ ਸੋਧਾਂ ਕਰਕੇ ਇਸ ਨੂੰ ਪ੍ਰਾਈਵੇਟੇਸ਼ਨ ਵੱਲ ਵਧਾ ਰਹੇ ਨੇ। ਇਹ ਬਿੱਲ ਹੈ ਜਿਹੜਾ ਇਹ ਬਹੁਤ ਦਮਨਕਾਰੀ ਤਰੀਕੇ ਨਾਲ ਸਰਕਾਰ ਨੇ ਸਾਡੇ ਤੇ ਪੇਸ਼ ਕੀਤਾ, ਸਾਡੇ ਤੇ ਥੋਪਣ ਦੀ ਕੋਸ਼ਿਸ਼ ਕੀਤੀ ਹੈ। ਇਸ ਕਰਕੇ ਅਸੀਂ ਸਮੂਹ ਮੁਲਾਜ਼ਮ ਅੱਜ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ ਤੇ, ਜੁਆਇੰਟ ਫੋਰਮ ਦੇ ਸੱਦੇ ਤੇ ਸਮੂਹ ਪੰਜਾਬ ਦੇ ਵਿੱਚ ਬਿੱਲ ਦੀਆਂ ਕਾਪੀਆਂ ਸਾੜੀਆਂ ਗਈਆਂ ਨੇ, ਕਿਉਂਕਿ ਬਿੱਲ ਹੈ ਜਿਹੜਾ ਇਹ ਸਾਡੇ ਮਹਿਕਮੇ ਦੀ ਵਿੱਤੀ ਹਾਲਤ ਖਰਾਬ ਕਰਕੇ ਨਿੱਜੀਕਰਨ ਨੂੰ बढ़ावा देने वाले पासे सरकार का कदम है। प्राइवेटाइजेशन से जो आम मूलभूत सुविधाएं जो है वो आम जनता तक नहीं पहुंच पाएगी। इसमें निजी कंपनियों के हाथ में ये दे दिया जाएगा और तमाम जो है वो जनता के और कर्मचारियों के दोनों भविष्य के खिलाफ है। हमारे साथ समस्त कर्मचारी संघ, कर्मचारी यूनियन हमारे साथ है इसके अंदर। इंजीनियरिंग एसोसिएशन, डिप्लोमा इंजीनियरिंग एसोसिएशन, सर्व कर्मचारी संघ, भिवानी कर्मचारी यूनियन, सब सारी जितनी भी यूनियन है वो सब एकत्रित हुई है। फिलहाल इत्थे वेड़ा हो गया ब्रेक का, जल्द हाजिर होंगे।